प्यारे बच्चों, मैं सुखबीर सिंह SS मास्टर सरकारी हाई स्कूल इब्बन आप जी वास्ते जमात 10वीं ਦਾ ਪਾਠ ਤੀਸਰਾ ਭਾਰਤ ਦੀ ਜਲਵਾਯੂ ਦਾ ਦੂਸਰਾ ਭਾਗ ਲੈ ਕੇ ਆਇਆ ਹਾਂ। ਬੱਚੋ, ਪਹਿਲੇ ਭਾਗ ਵਿੱਚ ਅਸੀਂ ਰੁੱਤ ਚੱਕਰ ਪੜ੍ਹਨੀ ਆਰੰਭ ਕੀਤੀ ਸੀ। ਉਸ ਵਿੱਚੋਂ ਸਰਦ ਮੌਸਮ ਦੀ ਰੁੱਤ ਅਤੇ ਗਰਮ ਮੌਸਮ ਦੀ ਰੁੱਤ ਬਾਰੇ ਅਸੀਂ ਜਾਣਕਾਰੀ ਹਾਸਲ ਕੀਤੀ ਸੀ। ਇਸ ਭਾਗ ਵਿੱਚ ਅਸੀਂ ਬਰਸਾਤ ਦੇ ਮੌਸਮ ਦੀ ਰੁੱਤ ਅਤੇ ਵਾਪਸ ਮੁੜਦੀਆਂ ਮਾਨਸੂਨ ਪੌਣਾਂ ਦੀ ਰੁੱਤ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੱਚੋ, ਜਿਵੇਂ ਤੁਸੀਂ ਪਿਛਲੇ ਭਾਗ ਵਿੱਚ ਸਰਦ ਮੌਸਮ ਦੀ ਰੁੱਤ ਵਿੱਚ ਤਾਪਮਾਨ ਅਤੇ ਵਾਯੂਦਾਬ ਦੇ ਸੰਬੰਧ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਜੇਕਰ ਤਾਪਮਾਨ ਵੱਧ ਹੁੰਦਾ ਹੈ ਤੇ ਵਾਯੂਦਾਬ ਘੱਟ ਹੁੰਦਾ ਹੈ ਅਤੇ ਜੇਕਰ ਤਾਪਮਾਨ ਘੱਟ ਹੁੰਦਾ ਹੈ ਤੇ ਵਾਯੂਦਾਬ ਜ਼ਿਆਦਾ ਹੁੰਦਾ ਹੈ। ਬੱਚੋ, ਤੁਸੀਂ ਇਹ ਗੱਲ ਇਸ ਸਮੇਂ ਵੀ ਯਾਦ ਰੱਖਣੀ ਹੈ। ਆਓ ਅਸੀਂ ਹੁਣ ਭਾਰਤ ਦੀ ਬਰਸਾਤ ਦੇ ਮੌਸਮ ਦੀ ਰੁੱਤ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਭਾਰਤ ਵਿੱਚ ਵਰਖਾ ਦੀ ਰੁੱਤ ਮੱਧ ਜੂਨ ਤੋਂ ਮੱਧ ਸਤੰਬਰ ਤੱਕ ਮੰਨੀ ਜਾਂਦੀ ਹੈ। ਇਸ ਸਮੇਂ ਜੂਨ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਗਰਮੀ ਭਾਰਤ ਦੇ ਇਲਾਕਿਆਂ ਵਿੱਚ ਹੋ ਜਾਂਦੀ ਹੈ। ਸੂਰਜ ਇਸ ਸਮੇਂ ਕਰਕ ਰੇਖਾ ਉੱਪਰ ਸਿੱਧਾ ਚਮਕ ਰਿਹਾ ਹੁੰਦਾ ਹੈ। ਕਰਕ ਰੇਖਾ ਭਾਰਤ ਦੇ ਬਿਲਕੁਲ ਵਿਚਕਾਰੋਂ ਨਿਕਲਦੀ ਹੈ, ਜਿਸ ਕਾਰਨ ਸਾਰੇ ਉੱਤਰੀ ਭਾਰਤ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਬੱਚੋ, ਇੱਥੇ ਤਾਪਮਾਨ ਵੱਧ ਜਾਣ ਦੇ ਕਾਰਨ ਘੱਟ ਵਾਯੂਦਾਬ ਦਾ ਖੇਤਰ ਪੈਦਾ ਹੋ ਜਾਂਦਾ ਹੈ ਅਤੇ ਇਸ ਘੱਟ ਵਾਯੂਦਾਬ ਦੇ ਖੇਤਰ ਵਿੱਚ ਹਵਾ ਪੂਰੀ ਹੋਣ ਵਾਸਤੇ ਆਸ-ਪਾਸ ਦੇ ਇਲਾਕਿਆਂ ਤੋਂ ਇੱਧਰ ਨੂੰ ਹਵਾ ਚੱਲਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਇਹ ਹਵਾ ਸਮੁੰਦਰੀ ਇਲਾਕਿਆਂ ਦੇ ਉੱਪਰੋਂ ਦੀ ਗੁਜ਼ਰਦੀ ਹੈ ਤੇ ਆਪਣੇ ਵਿੱਚ ਨਮੀ ਵੀ ਧਾਰਨ ਕਰ ਲੈਂਦੀ ਹੈ। ਇਹ ਨਮੀ ਨਾਲ ਭਰੀਆਂ ਹੋਈਆਂ ਪੌਣਾਂ 1 ਜੂਨ ਨੂੰ ਕੇਰਲ ਦੇ ਤੱਟ ਤੇ ਪਹੁੰਚ ਕੇ ਬਹੁਤ ਤੇਜ਼ ਵਰਖਾ ਸ਼ੁਰੂ ਕਰਦੀਆਂ ਹਨ, ਜਿਸ ਨੂੰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਬੱਚੋ, ਜਿਵੇਂ-ਜਿਵੇਂ ਇਹ ਪੌਣਾਂ ਉੱਤਰ ਦਿਸ਼ਾ ਵੱਲ ਵਧਦੀਆਂ ਜਾਂਦੀਆਂ ਹਨ, ਇਹਨਾਂ ਪੌਣਾਂ ਵਿੱਚ ਨਮੀ ਦੀ ਮਾਤਰਾ ਘਟਦੀ ਜਾਂਦੀ ਹੈ। ਸਮੁੰਦਰ ਤੋਂ ਦੂਰ ਹੋ ਜਾਣ ਦੇ ਕਾਰਨ ਇਹਨਾਂ ਵਿੱਚ ਨਮੀ ਦੀ ਮਾਤਰਾ ਵਿੱਚ ਕਮੀ ਆ ਜਾਂਦੀ ਹੈ। ਇਸ ਦੇ ਨਾਲ ਰਾਜਸਥਾਨ ਦੇ ਇਲਾਕੇ ਦੇ ਵਿੱਚ ਅਰਾਵਲੀ ਪਰਬਤ ਇਹਨਾਂ ਪੌਣਾਂ ਦੀ ਦਿਸ਼ਾ ਦੇ ਸਮਾਨ ਅੰਤਰ ਖੜਾ ਹੈ। ਇਸ ਪਰਬਤ ਦੇ ਸਮਾਨ ਅੰਤਰ ਹੋਣ ਦੇ ਕਾਰਨ ਅਤੇ ਉਚਾਈ ਘੱਟ ਹੋਣ ਦੇ ਕਾਰਨ ਰਾਜਸਥਾਨ ਦੇ ਇਲਾਕਾ ਘੱਟ ਵਰਖਾ ਪ੍ਰਾਪਤ ਕਰਦਾ ਹੈ। ਬੱਚੋ, ਜੇਕਰ ਅਸੀਂ ਥੋੜੀ ਜਿਹੀ ਇਹਨਾਂ ਮਾਨਸੂਨ ਪੌਣਾਂ ਦੀ ਗੱਲ ਕਰਦੇ ਹਾਂ ਤਾਂ ਇਹ ਮਾਨਸੂਨ ਪੌਣਾਂ ਮੌਸਮ ਦੇ ਅਨੁਸਾਰ ਆਪਣੀਆਂ ਦਿਸ਼ਾ ਬਦਲੀ ਕਰ ਲੈਂਦੀਆਂ ਹਨ। ਬੱਚੋ, ਭਾਰਤ ਵਿੱਚ ਜਦੋਂ ਗਰਮੀ ਹੁੰਦੀ ਹੈ, ਇਹਨਾਂ ਦੀ ਦਿਸ਼ਾ ਸਮੁੰਦਰ ਤੋਂ ਥਲ ਵਾਲੇ ਪਾਸੇ ਨੂੰ ਹੁੰਦੀ ਹੈ ਅਤੇ ਜਿਸ ਸਮੇਂ ਸੂਰਜ ਮਕਰ ਰੇਖਾ ਤੇ ਚਮਕ ਰਿਹਾ ਹੁੰਦਾ ਹੈ, ਉਸ ਸਮੇਂ ਸਾਡੇ ਭਾਰਤ ਵਿੱਚ ਠੰਡ ਹੁੰਦੀ ਹੈ। ਉਸ ਸਮੇਂ ਇਹ ਪੌਣਾਂ ਦੀ ਦਿਸ਼ਾ ਥਲ ਤੋਂ ਜਲ ਵਾਲੇ ਪਾਸੇ ਨੂੰ ਹੁੰਦੀ ਹੈ। ਜੂਨ ਦੇ ਵਿੱਚ ਗਰਮੀ ਹੋ ਜਾਣ ਦੇ ਕਾਰਨ ਤਾਪਮਾਨ ਵੱਧ ਜਾਂਦਾ ਹੈ
ਤਾਪਮਾਨ ਵਧਣ ਦੇ ਕਾਰਨ ਵਾਯੂ ਦਾਬ ਵੀ ਬਹੁਤ ਜ਼ਿਆਦਾ ਘਟ ਜਾਂਦਾ ਹੈ। ਉਸ ਘਟੇ ਹੋਏ ਵਾਯੂ ਦਾਬ ਦੇ ਖੇਤਰਾਂ ਵਿੱਚ ਹਵਾ ਪੂਰੀ ਹੋਣ ਵਾਸਤੇ ਸਮੁੰਦਰ ਦੇ ਇਲਾਕਿਆਂ ਤੋਂ ਥਲ ਵਾਲੇ ਭਾਗ ਨੂੰ ਚੱਲਣਾ ਸ਼ੁਰੂ ਕਰ ਦਿੰਦੀ ਹੈ। ਸਮੁੰਦਰ ਦੇ ਉੱਪਰ ਦੀ ਗੁਜ਼ਰਦੀਆਂ ਹੋਈਆਂ ਇਹ ਖੁਸ਼ਕ ਪੌਣਾਂ ਆਪਣੇ ਵਿੱਚ ਨਮੀ ਧਾਰਨ ਕਰ ਲੈਂਦੀਆਂ ਹਨ ਅਤੇ 1 ਜੂਨ ਨੂੰ ਕੇਰਲ ਦੇ ਤੱਟ ਤੇ ਆ ਕੇ ਟਕਰਾਉਂਦੀਆਂ ਹਨ, ਜਿਸ ਨਾਲ ਇੱਥੇ ਬਹੁਤ ਭਾਰੀ ਵਰਖਾ ਹੁੰਦੀ ਹੈ। ਜਿਵੇਂ ਅਸੀਂ ਪਹਿਲੇ ਦੱਸਿਆ, ਇਸ ਭਾਰੀ ਹੋਣ ਵਾਲੀ ਵਰਖਾ ਨੂੰ ਅਸੀਂ ਮਾਨਸੂਨ ਦਾ ਫਟਣਾ ਕਹਿੰਦੇ ਹਾਂ। ਬੱਚੋ, ਇਹ ਪੌਣਾਂ ਹੌਲੀ-ਹੌਲੀ ਕਰਕੇ ਸਾਰੇ ਦੇਸ਼ ਵਿੱਚ ਫੈਲ ਜਾਂਦੀਆਂ ਹਨ ਅਤੇ ਵਰਖਾ ਦੀ ਰੁੱਤ ਸਾਰੇ ਭਾਰਤ ਵਿੱਚ ਆ ਜਾਂਦੀ ਹੈ। ਸਮੁੰਦਰ ਦੇ ਲਾਗੇ ਵਾਲੇ ਇਲਾਕੇ ਭਾਵ ਪੱਛਮੀ ਘਾਟ ਦੇ ਪੱਛਮ ਵਾਲੇ ਪਾਸੇ ਇਹਨਾਂ ਪੌਣਾਂ ਤੋਂ ਬਹੁਤ ਜ਼ਿਆਦਾ ਵਰਖਾ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਬੰਗਾਲ ਦੀ ਖਾੜੀ ਤੋਂ ਜਿਹੜੀਆਂ ਪੌਣਾਂ ਨਮੀ ਲੈ ਕੇ ਚੱਲਦੀਆਂ ਹਨ, ਉਹ ਪੂਰਬੀ ਭਾਰਤ ਵਿੱਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ। ਇਸ ਦੇ ਨਾਲ ਹੀ ਭੂਮੱਧ ਰੇਖਾ ਦੇ ਉੱਪਰ ITCZ ਅੰਤਰ ਊਸ਼ਣ ਸੁਮੇਲ ਖੰਡ ਦੀ ਘੱਟ ਦਬਾਅ ਦੀ ਪੱਟੀ ਬਣਦੀ ਹੈ, ਜੋ ਉੱਤਰ ਭਾਰਤ ਵਿੱਚ ਖਿਸਕ ਜਾਂਦੀ ਹੈ ਜਦੋਂ ਇਸ ਇਲਾਕੇ ਵਿੱਚ ਵਾਯੂ ਦਾਬ ਘੱਟ ਹੁੰਦਾ ਹੈ। ਇਸ ITCZ ਪੱਟੀ ਦੇ ਉੱਤਰ ਵੱਲ ਖਿਸਕਣ ਦੇ ਨਾਲ ਸਮੁੰਦਰ ਤੋਂ ਪੌਣਾਂ ਨਮੀ ਲੈ ਕੇ ਭਾਰਤ ਵੱਲ ਨੂੰ ਚੱਲਣਾ ਸ਼ੁਰੂ ਕਰਦੀਆਂ ਹਨ। ਇਸ ਰੁੱਤ ਨੂੰ ਦੱਖਣ ਪੱਛਮੀ ਮਾਨਸੂਨ ਦੀ ਰੁੱਤ ਵੀ ਕਿਹਾ ਜਾਂਦਾ ਹੈ, ਜੋ ਕਿ ਦੇਸ਼ ਦੇ ਅੰਦਰ ਜੂਨ ਤੋਂ ਸ਼ੁਰੂ ਹੋ ਕੇ ਅੱਧ ਸਤੰਬਰ ਤੱਕ ਰਹਿੰਦੀ ਹੈ। ਇਸ ਸਮੇਂ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਬਣੀ ਅੰਤਰ ਊਸ਼ਣ ਸੁਮੇਲ ਪੱਟੀ ਭੂਮੱਧ ਰੇਖਾ ਤੋਂ ਪਾਰ ਦੱਖਣੀ ਹਿੰਦ ਮਹਾਸਾਗਰ ਵਿੱਚੋਂ ਦੱਖਣ ਪੂਰਬੀ ਵਪਾਰਕ ਪੌਣਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਇਹ ਨਮੀ ਨਾਲ ਭਰੀਆਂ ਪੌਣਾਂ ਭੂਮੱਧ ਰੇਖਾ ਨੂੰ ਪਾਰ ਕਰਕੇ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਆਪਣੀ ਦਿਸ਼ਾ ਦੱਖਣ ਪੱਛਮ ਤੋਂ ਉੱਤਰ ਪੂਰਬ ਕਰ ਲੈਂਦੀਆਂ ਹਨ ਅਤੇ 1 ਜੂਨ ਨੂੰ ਕੇਰਲ ਦੇ ਤੱਟ ਤੇ ਪਹੁੰਚ ਕੇ ਬਹੁਤ ਤੇਜ਼ ਵਰਖਾ ਕਰ ਦਿੰਦੀਆਂ ਹਨ, ਜਿਸ ਨੂੰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਇਹਨਾਂ ਪੌਣਾਂ ਦੀ ਰਫ਼ਤਾਰ ਤੇਜ਼ ਹੋਣ ਦੇ ਕਾਰਨ ਲਗਭਗ 1 ਮਹੀਨੇ ਦੇ ਵਿੱਚ ਹੀ ਇਹ ਪੂਰੇ ਭਾਰਤ ਵਿੱਚ ਫੈਲ ਜਾਂਦੀਆਂ ਹਨ। ਬੱਚਿਓ, ਇਸ ਸਮੇਂ ਤਮਿਲਨਾਡੂ ਦਾ ਖੇਤਰ ਵਰਖਾ ਘੱਟ ਪ੍ਰਾਪਤ ਕਰਦਾ ਹੈ। ਪੱਛਮੀ ਘਾਟ ਇਹਨਾਂ ਪੌਣਾਂ ਨੂੰ ਆਪਣੀ ਦਿਸ਼ਾ ਦੇ ਪੱਛਮ ਵਾਲੇ ਪਾਸੇ ਰੋਕ ਕੇ ਵਧੇਰੇ ਵਰਖਾ ਕਰ ਦਿੰਦੇ ਹਨ ਅਤੇ ਪੱਛਮੀ ਘਾਟ ਦੇ ਪੂਰਬ ਵਾਲਾ ਪਾਸਾ ਵਰਖਾ ਓਹਲਾ ਪਾਸਾ ਰਹਿ ਜਾਂਦਾ ਹੈ, ਕਿਉਂਕਿ ਮਾਨਸੂਨੀ ਪੌਣਾ ਪਰਬਤੀ ਵਰਖਾ ਦੀ ਇੱਕ ਕਿਸਮ ਹੈ। ਇਹ ਪੌਣਾਂ ਨਮੀ ਨਾਲ ਭਰੀਆਂ ਹੁੰਦੀਆਂ ਹਨ ਅਤੇ ਕਿਸੇ ਰੁਕਾਵਟ ਦੇ ਕਾਰਨ ਉੱਪਰ ਨੂੰ ਉੱਠਦੀਆਂ ਹਨ। ਉੱਪਰ ਉੱਠ ਕੇ ਠੰਡੀਆਂ ਹੋ ਕੇ ਸੰਘਣਨ ਦੀ ਪ੍ਰਕਿਰਿਆ ਰਾਹੀਂ ਇਹ ਵਰਖਾ ਕਰਦੀਆਂ ਹਨ। ਪੱਛਮੀ ਘਾਟ ਉੱਚੇ ਹੋਣ ਦੇ ਕਾਰਨ ਇਹਨਾਂ ਪੌਣਾਂ ਨੂੰ ਸਿੱਧੇ ਪਾਰ ਨਹੀਂ ਜਾਣ ਦਿੰਦੇ, ਜਿਸ ਕਾਰਨ ਵਧੇਰੇ ਵਰਖਾ ਪੱਛਮੀ ਘਾਟ ਦੇ ਪੱਛਮੀ ਤੱਟ ਦੇ ਉੱਪਰ ਹੋ ਜਾਂਦੀ ਹੈ ਅਤੇ ਪੱਛਮੀ ਘਾਟ ਦਾ ਪੂਰਬੀ ਪਾਸਾ ਘੱਟ ਵਰਖਾ ਪ੍ਰਾਪਤ ਕਰਦਾ ਹੈ। ਅਸੀਂ ਇਸ ਨੂੰ ਵਰਖਾ ਓਹਲਾ ਪਾਸਾ ਵੀ ਕਹਿੰਦੇ ਹਾਂ। ਦੂਸਰੀ ਤਰਫ
ਬੰਗਾਲ ਦੀ ਖਾੜੀ ਤੋਂ ਚੱਲੀਆਂ ਹੋਈਆਂ ਨਮੀ ਨਾਲ ਭਰੀਆਂ ਪੌਣਾਂ ਮੇਘਾਲਿਆ ਦੇ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ। ਦੁਨੀਆ ਦੀ ਸਭ ਤੋਂ ਵੱਧ ਵਰਖਾ ਇਸੇ ਖੇਤਰ ਵਿੱਚ ਮੌਸਿਨਰਾਮ ਜਾਂ ਚੇਰਾਪੂੰਜੀ ਵਿੱਚ ਹੁੰਦੀ ਹੈ। ਇੱਥੋਂ ਹੀ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਹਿਮਾਲਿਆ ਪਰਬਤ ਦੀ ਰੋਕ ਦੇ ਕਾਰਨ ਉੱਤਰ ਪੱਛਮ ਵੱਲ ਵਧਦੀਆਂ ਹੋਈਆਂ ਪੰਜਾਬ ਤੱਕ ਜਾਂਦੀਆਂ ਹਨ। ਇਸ ਤਰ੍ਹਾਂ ਹੌਲੀ-ਹੌਲੀ ਇਹ ਸਾਰੀਆਂ ਪੌਣਾਂ ਪੂਰੇ ਭਾਰਤ ਵਿੱਚ ਫੈਲ ਜਾਂਦੀਆਂ ਹਨ। ਬੱਚੋ, ਇਹਨਾਂ ਪੌਣਾਂ ਨੂੰ ਪ੍ਰਾਇਦੀਪੀय ਪਠਾਰ ਦੋ ਭਾਗਾਂ ਦੇ ਵਿੱਚ ਵੰਡ ਦਿੰਦਾ ਹੈ। ਇੱਕ ਸ਼ਾਖਾ ਅਰਬ ਸਾਗਰ ਵਾਲੀ ਅਤੇ ਦੂਸਰੀ ਬੰਗਾਲ ਦੀ ਖਾੜੀ ਦੀ ਸ਼ਾਖਾ। ਅਰਬ ਸਾਗਰ ਵਾਲੀ ਸ਼ਾਖਾ ਵਿੱਚ ਉੱਤਰ ਵੱਲ ਵਧਦੇ ਹੋਏ ਪ੍ਰਾਇਦੀਪੀय ਪਠਾਰ ਇਹਨਾਂ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਨੂੰ ਦੋ ਭਾਗਾਂ ਵਿੱਚ ਵੰਡ ਦਿੰਦਾ ਹੈ। ਇੱਕ ਸ਼ਾਖਾ ਅਰਬ ਸਾਗਰ ਵਾਲੀ ਅਤੇ ਦੂਸਰੀ ਬੰਗਾਲ ਦੀ ਖਾੜੀ ਦੀ ਸ਼ਾਖਾ ਭਾਰਤ ਵਿੱਚ ਵਰਖਾ ਲੈ ਕੇ ਆਉਂਦੀਆਂ ਹਨ। ਬੱਚੋ, ਅਰਬ ਸਾਗਰ ਵਾਲੀ ਸ਼ਾਖਾ ਵਿੱਚ ਉੱਤਰ ਵੱਲ ਨੂੰ ਵਧਦੇ ਹੋਏ ਨਮੀ ਦੀ ਮਾਤਰਾ ਘਟਦੀ ਜਾਂਦੀ ਹੈ। ਜੇਕਰ ਮੰਗਲੌਰ ਵਿੱਚ 330 ਸੈਂਟੀਮੀਟਰ ਵਰਖਾ ਹੁੰਦੀ ਹੈ ਤਾਂ ਇਹ ਮੁੰਬਈ ਵਿੱਚ 100 ਸੈਂਟੀਮੀਟਰ ਅਤੇ ਉਸ ਤੋਂ ਅੱਗੇ ਭੁਜ ਸ਼ਹਿਰ ਤੱਕ ਪਹੁੰਚਦੇ ਕੇਵਲ 30 ਸੈਂਟੀਮੀਟਰ ਵਰਖਾ ਤੱਕ ਰਹਿ ਜਾਂਦੀ ਹੈ। ਇਸ ਤਰੀਕੇ ਨਾਲ ਜਿਵੇਂ-ਜਿਵੇਂ ਅਸੀਂ ਇਹਨਾਂ ਪੌਣਾਂ ਦੀ ਦਿਸ਼ਾ ਵਿੱਚ ਅੱਗੇ ਵਧਦੇ ਜਾਂਦੇ ਹਾਂ, ਇਹਨਾਂ ਪੌਣਾਂ ਵਿੱਚ ਨਮੀ ਦੀ ਮਾਤਰਾ ਘਟਦੀ ਜਾਂਦੀ ਹੈ ਅਤੇ ਵਰਖਾ ਦੀ ਮਾਤਰਾ ਵੀ ਘਟਦੀ ਜਾਂਦੀ ਹੈ। ਇਹ ਪੌਣਾਂ ਪੱਛਮੀ ਘਾਟ ਦੇ ਪੱਛਮ ਵਾਲੇ ਪਾਸੇ ਵਧੇਰੇ ਵਰਖਾ ਕਰਦੀਆਂ ਹਨ ਅਤੇ ਪੱਛਮੀ ਘਾਟ ਦਾ ਪੂਰਬੀ ਪਾਸਾ ਵਰਖਾ ਓਹਲਾ ਰਹਿ ਜਾਂਦਾ ਹੈ, ਭਾਵ ਇਸ ਵਿਚਕਾਰ ਵਾਲੇ ਇਲਾਕੇ ਵਿੱਚ ਘੱਟ ਵਰਖਾ ਹੁੰਦੀ ਹੈ। ਬੱਚੋ, ਬੰਗਾਲ ਦੀ ਖਾੜੀ ਦੀ ਸ਼ਾਖਾ ਬੰਗਾਲ ਦੀ ਖਾੜੀ ਦੇ ਉੱਪਰ ਦੀ ਗੁਜ਼ਰਦੇ ਹੋਏ ਆਪਣੇ ਵਿੱਚ ਭਰਪੂਰ ਨਮੀ ਧਾਰਨ ਕਰ ਲੈਂਦੀਆਂ ਹਨ। ਇਹ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਮੇਘਾਲਿਆ ਦੀਆਂ ਪਹਾੜੀਆਂ ਤੱਕ ਪਹੁੰਚਦੀਆਂ ਹਨ, ਜੋ 1500 ਮੀਟਰ ਤੱਕ ਉੱਚੀਆਂ ਹਨ ਅਤੇ ਇਹਨਾਂ ਨੂੰ ਪਾਰ ਕਰਦੇ ਵੇਲੇ ਇਹ ਨਮੀ ਨਾਲ ਭਰੀਆਂ ਪੌਣਾਂ ਰੱਜ ਕੇ ਇਹਨਾਂ ਖੇਤਰਾਂ ਵਿੱਚ ਵਰਖਾ ਕਰਦੀਆਂ ਹਨ। ਦੁਨੀਆ ਦੀ ਸਭ ਤੋਂ ਵੱਧ ਵਰਖਾ ਇਸੇ ਖੇਤਰ ਦੇ ਵਿੱਚ ਹੁੰਦੀ ਹੈ। ਇਸ ਤੋਂ ਬਾਅਦ ਇਹ ਪੌਣਾਂ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਵੀ ਵਧੇਰੇ ਵਰਖਾ ਕਰਦੀਆਂ ਹਨ। ਇਸ ਪੂਰੀ ਵਰਖਾ ਰੁੱਤ ਦੀ 60% ਵਰਖਾ ਇਸੇ ਖੇਤਰ ਵਿੱਚ ਹੋ ਜਾਂਦੀ ਹੈ ਅਤੇ ਚੇਰਾਪੂੰਜੀ ਵਿੱਚ 700 ਸੈਂਟੀਮੀਟਰ ਵਰਖਾ ਨਾਲ ਵਧੇਰੇ ਵਰਖਾ ਰਿਕਾਰਡ ਕੀਤੀ ਜਾਂਦੀ ਹੈ। ਬੱਚੋ, ਇਹ ਪੌਣਾਂ ਮੇਘਾਲਿਆ ਦੀਆਂ ਪਹਾੜੀਆਂ ਨੂੰ ਪਾਰ ਕਰਕੇ ਹਿਮਾਲਿਆ ਪਰਬਤ ਦੇ ਨਾਲ-ਨਾਲ ਪੂਰਬ ਤੋਂ ਪੱਛਮ ਵੱਲ ਨੂੰ ਵਧਦੀਆਂ ਹੋਈਆਂ ਉੱਤਰ ਦੇ ਮੈਦਾਨਾਂ ਨੂੰ ਪਾਰ ਕਰਕੇ ਪੰਜਾਬ, ਜੰਮੂ ਕਸ਼ਮੀਰ ਤੱਕ ਪਹੁੰਚਦੀਆਂ ਹਨ। ਸਮੁੰਦਰ ਤੋਂ ਦੂਰ ਹੁੰਦਿਆਂ ਪੌਣਾਂ ਵਿੱਚ ਨਮੀ ਦੀ ਮਾਤਰਾ ਵੀ ਘਟਦੀ ਜਾਂਦੀ ਹੈ। ਕਲਕੱਤਾ ਵਿੱਚ ਜੇਕਰ ਵਰਖਾ ਦੀ ਮਾਤਰਾ 120 ਸੈਂਟੀਮੀਟਰ ਹੁੰਦੀ ਹੈ ਤੇ ਇਲਾਹਾਬਾਦ ਤੱਕ ਪਹੁੰਚਦੇ ਇਹ ਘਟ ਕੇ 76 ਸੈਂਟੀਮੀਟਰ, ਦਿੱਲੀ ਤੱਕ ਪਹੁੰਚਦੇ ਹੋਏ 56 ਸੈਂਟੀਮੀਟਰ ਅਤੇ ਅੰਮ੍ਰਿਤਸਰ ਤੱਕ ਕੇਵਲ 30 ਸੈਂਟੀਮੀਟਰ ਤੱਕ ਰਹਿ ਜਾਂਦੀ ਹੈ।
ਭਾਵ ਇਹ ਪੌਣਾ ਜਿਵੇਂ ਜਿਵੇਂ ਸਮੁੰਦਰ ਤੋਂ ਦੂਰ ਥਲ ਦੇ ਅੰਦਰੂਨੀ ਭਾਗਾਂ ਵੱਲ ਜਾਂਦੀਆਂ ਹਨ, ਨਮੀ ਦੀ ਮਾਤਰਾ ਇਹਨਾਂ ਵਿੱਚ ਘਟਦੀ ਜਾਂਦੀ ਹੈ ਅਤੇ ਵਰਖਾ ਦੀ ਮਾਤਰਾ ਵਿੱਚ ਕਮੀ ਦੇਖਣ ਵਿੱਚ ਆਉਂਦੀ ਹੈ। ਜੇਕਰ ਅਸੀਂ ਪਹਾੜੀ ਭਾਗਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਜਿਵੇਂ ਜਿਵੇਂ ਸਮੁੰਦਰ ਤੋਂ ਦੂਰ ਹੁੰਦੇ ਜਾਂਦੇ ਹਾਂ, ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ। ਬੱਚੋ, ਉੱਤਰਾਖੰਡ ਵਿੱਚ ਨੈਨੀਤਾਲ ਵਿੱਚ 200 ਸੈਂਟੀਮੀਟਰ ਇਹ ਵਰਖਾ ਰਿਕਾਰਡ ਕੀਤੀ ਜਾਂਦੀ ਹੈ ਅਤੇ ਅੱਗੇ ਵਧਦੇ ਹੋਏ ਸ਼ਿਮਲੇ ਵਿੱਚ 130 ਸੈਂਟੀਮੀਟਰ ਅਤੇ ਸ੍ਰੀਨਗਰ ਤੱਕ ਪਹੁੰਚਦੇ ਹੋਏ ਕੇਵਲ 60 ਸੈਂਟੀਮੀਟਰ ਵਰਖਾ ਹੀ ਰਿਕਾਰਡ ਕੀਤੀ ਜਾਂਦੀ ਹੈ। ਇਹ ਵਰਖਾ ਰੁੱਤ ਦਾ ਮੌਸਮ ਸਤੰਬਰ ਦੇ ਸ਼ੁਰੂ ਵਿੱਚ ਤਾਪਮਾਨ ਦੇ ਘਟ ਜਾਣ ਦੇ ਕਾਰਨ ਖਤਮ ਹੋ ਜਾਂਦਾ ਹੈ। ਧਰਤੀ ਦੀ ਸਥਿਤੀ ਬਦਲ ਜਾਣ ਦੇ ਕਾਰਨ ਸੂਰਜ ਮਕਰ ਰੇਖਾ ਦੇ ਉੱਪਰ ਚਮਕਣਾ ਸ਼ੁਰੂ ਕਰਦਾ ਹੈ ਅਤੇ ਭਾਰਤ ਦੇ ਇਲਾਕੇ ਵਿੱਚ ਹਵਾ ਦਾ ਵੱਧ ਦਾਬ ਦਾ ਕੇਂਦਰ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਇਹ ਵਰਖਾ ਦਾ ਮੌਸਮ ਸਤੰਬਰ ਦੇ ਸ਼ੁਰੂ ਵਿੱਚ ਤਾਪਮਾਨ ਘਟ ਜਾਣ ਕਰਕੇ ਖਤਮ ਹੋ ਜਾਂਦਾ ਹੈ। ਬੱਚੋ, ਜੇਕਰ ਅਸੀਂ ਭਾਰਤ ਵਿੱਚ ਮਾਨਸੂਨ ਦੇ ਅੱਗੇ ਵਧਣ ਬਾਰੇ ਦੇਖਦੇ ਹਾਂ ਤੇ 1 ਜੂਨ ਨੂੰ ਇਹ ਕੇਰਲ ਦੇ ਤੱਟ ਤੇ ਆ ਕੇ ਬਹੁਤ ਜ਼ੋਰ ਨਾਲ ਵਰਖਾ ਸ਼ੁਰੂ ਕਰਦਾ ਹੈ ਅਤੇ ਹੌਲੀ-ਹੌਲੀ ਅੱਗੇ ਵਧਦਾ ਹੋਇਆ 15 ਜੁਲਾਈ ਤੱਕ ਲਗਭਗ ਸਾਰੇ ਭਾਰਤ ਦੇ ਵਿੱਚ ਫੈਲ ਜਾਂਦਾ ਹੈ। ਤੁਸੀਂ ਇਹਨਾਂ ਰੇਖਾਵਾਂ ਦੁਆਰਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮਾਨਸੂਨ ਪੌਣਾ ਹੌਲੀ-ਹੌਲੀ ਸਾਰੇ ਭਾਰਤ ਵਿੱਚ ਫੈਲਦੀਆਂ ਹਨ। ਇਸ ਤੋਂ ਬਾਅਦ ਅਸੀਂ ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾ ਬਾਰੇ ਗੱਲ ਕਰਦੇ ਹਾਂ। ਇਹ ਮੌਸਮ ਮੱਧ ਸਤੰਬਰ ਤੋਂ ਮੱਧ ਦਸੰਬਰ ਤੱਕ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਕਰਕ ਰੇਖਾ ਦੇ ਦੱਖਣੀ ਭਾਗਾਂ ਨੂੰ ਛੱਡ ਕੇ ਭੂਮੱਧ ਰੇਖਾ ਵੱਲ ਵਧਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਦੇ ਨਾਲ ਉੱਤਰੀ ਭਾਰਤ ਵਿੱਚ ਤਾਪਮਾਨ ਘਟਣੇ ਸ਼ੁਰੂ ਹੋ ਜਾਂਦੇ ਹਨ। ਤਾਪਮਾਨ ਘਟਣ ਦੇ ਕਾਰਨ ਇਹਨਾਂ ਖੇਤਰਾਂ ਦੇ ਵਿੱਚ ਹਵਾ ਦਾ ਦਬਾਅ ਵੱਧ ਬਣ ਜਾਂਦਾ ਹੈ ਅਤੇ ਇਸ ਵੱਧ ਹਵਾ ਦੇ ਦਬਾਅ ਤੋਂ ਪੌਣਾ ਘੱਟ ਦਬਾਅ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਘੱਟ ਵਾਯੂ ਦਾਬ ਖੇਤਰ ਭਾਰਤ ਦੇ ਉੱਤਰੀ ਹਿੱਸਿਆਂ ਤੋਂ ਦੱਖਣ ਵੱਲ ਨੂੰ ਖਿਸਕਣਾ ਸ਼ੁਰੂ ਹੋ ਜਾਂਦਾ ਹੈ। ਦਿਨ ਦਾ ਤਾਪਮਾਨ ਵਧਣ ਨਾਲ ਲੰਘੀ ਵਰਖਾ ਦੀ ਰੁੱਤ ਹਵਾ ਵਿੱਚ ਛੱਡੀ ਹੋਈ ਸਿੱਲ ਦੀ ਮਾਤਰਾ ਵਿੱਚ ਵਾਧਾ ਕਰ ਦਿੰਦੀ ਹੈ। ਭਾਵ ਹਵਾ ਵਿੱਚ ਨਮੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਵਰਖਾ ਦੀ ਰੁੱਤ ਦੇ ਕਾਰਨ ਇਹਨਾਂ ਖੇਤਰਾਂ ਵਿੱਚ ਮਿਲਦੀ ਹੈ। ਦਿਨ ਵੇਲੇ ਤਾਪਮਾਨ ਵੱਧ ਜਾਂਦਾ ਹੈ ਅਤੇ ਉਸ ਵਧੇ ਹੋਏ ਤਾਪਮਾਨ ਦੇ ਕਾਰਨ ਅਤੇ ਹਵਾ ਵਿਚਲੀ ਨਮੀ ਦੇ ਕਾਰਨ ਮੌਸਮ ਹੁਮਸ ਭਰਿਆ ਹੋ ਜਾਂਦਾ ਹੈ। ਵਾਯੂਦਾਬ ਅਤੇ ਤਾਪਮਾਨ ਦੇ ਬਦਲਾਵ ਨਾਲ ਇਹਨਾਂ ਵਾਪਸ ਮੁੜਦੀਆਂ ਪੌਣਾਂ ਦੁਆਰਾ ਬੰਗਾਲ ਦੀ ਖਾੜੀ ਵਿੱਚ ਚੱਕਰਵਾਤ ਪੈਦਾ ਹੁੰਦੇ ਹਨ, ਜੋ ਤਮਿਲਨਾਡੂ ਦੇ ਭਾਗਾਂ ਦੇ ਵਿੱਚ ਵਰਖਾ ਕਰਦੇ ਹਨ। ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ ਤਮਿਲਨਾਡੂ ਦੇ ਅੰਦਰੂਨੀ ਭਾਗਾਂ ਤੱਕ ਵਰਖਾ ਹੁੰਦੀ ਹੈ, ਜੋ ਮਾਨਸੂਨ ਪੌਣਾਂ ਦੇ ਆਉਣ ਸਮੇਂ ਖੁਸ਼ਕ ਰਹਿ ਗਿਆ ਸੀ। ਅਸੀਂ ਪਹਿਲੇ ਗੱਲ ਕੀਤੀ ਸੀ
ਪੱਛਮੀ ਘਾਟ ਦਾ ਪੱਛਮੀ ਇਲਾਕਾ ਵਰਖਾ ਓਲਾ ਪਾਸਾ ਹੋਣ ਦੇ ਕਾਰਨ ਵਰਖਾ ਪ੍ਰਾਪਤ ਨਹੀਂ ਕਰਦਾ ਹੈ। ਪਰ ਜਦੋਂ ਇਹ ਪੌਣਾਂ ਵਾਪਸ ਚੱਲਦੀਆਂ ਹਨ ਤੇ ਬੰਗਾਲ ਦੀ ਖਾੜੀ ਦੇ ਉੱਪਰੋਂ ਨਮੀ ਧਾਰਨ ਕਰ ਲੈਂਦੀਆਂ ਹਨ ਅਤੇ ਤਮਿਲਨਾਡੂ ਦੇ ਤੱਟ ਅਤੇ ਅੰਦਰੂਨੀ ਭਾਗਾਂ ਦੇ ਵਿੱਚ ਆ ਕੇ ਬਹੁਤ ਵਰਖਾ ਕਰਦੀਆਂ ਹਨ। ਭਾਰਤ ਦਾ ਦੱਖਣੀ ਹਿੱਸਾ ਇਹਨਾਂ ਵਾਪਸ ਮੁੜਦੀਆਂ ਹੋਈਆਂ ਪੌਣਾਂ ਰਾਹੀਂ ਵਰਖਾ ਪ੍ਰਾਪਤ ਕਰਦਾ ਹੈ। ਬੱਚਿਓ, ਜੇਕਰ ਅਸੀਂ ਇਹਨਾਂ ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾਂ ਦੀ ਸਥਿਤੀ ਦੇਖਦੇ ਹਾਂ ਤੇ 7 ਸਤੰਬਰ ਦੇ ਆਸ-ਪਾਸ ਇਹ ਤਾਪਮਾਨ ਦੇ ਬਦਲਾਵ ਦੇ ਕਾਰਨ ਅਤੇ ਘੱਟ ਦਬਾਅ ਦਾ ਖੇਤਰ ਦੱਖਣੀ ਭਾਰਤ ਵਾਲੇ ਪਾਸੇ ਬਣ ਜਾਣ ਦੇ ਕਾਰਨ ਵਾਪਸ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਜਿਸ ਤਰ੍ਹਾਂ ਇਹ ਪੌਣਾਂ ਭਾਰਤ ਵਿੱਚ ਪ੍ਰਵੇਸ਼ ਕਰਦੀਆਂ ਹਨ, ਉਸੇ ਤਰੀਕੇ ਦੇ ਨਾਲ ਇਹ ਪੌਣਾਂ ਹੌਲੀ-ਹੌਲੀ ਸਾਰੇ ਭਾਰਤ ਨੂੰ ਛੱਡ ਕੇ ਵਾਪਸ ਮੁੜ ਜਾਂਦੀਆਂ ਹਨ। ਗੰਗਾ ਦੀ ਘਾਟੀ ਵਿੱਚੋਂ ਵਗਦੀਆਂ ਹੋਈਆਂ ਬੰਗਲਾਦੇਸ਼ ਤੋਂ ਹੁੰਦੀਆਂ ਹੋਈਆਂ ਬੰਗਾਲ ਦੀ ਖਾੜੀ ਨੂੰ ਪਾਰ ਕਰਕੇ ਇਹ ਪੌਣਾਂ ਵਾਪਸ ਮੁੜ ਜਾਂਦੀਆਂ ਹਨ। ਜੇਕਰ ਅਸੀਂ ਵਰਖਾ ਦੀ ਗੱਲ ਕਰਦੇ ਹਾਂ ਤੇ ਬੱਚਿਓ 200 ਸੈਂਟੀਮੀਟਰ ਤੋਂ ਵੱਧ ਵਰਖਾ ਪ੍ਰਾਪਤ ਕਰਨ ਵਾਲੇ ਇਲਾਕੇ ਸਾਡੇ ਕੋਲ ਪੱਛਮੀ ਘਾਟ ਦਾ ਪੱਛਮੀ ਇਲਾਕਾ ਹੈ ਅਤੇ ਇਸ ਦੇ ਨਾਲ ਪੂਰਬੀ ਭਾਰਤ ਦਾ ਇਲਾਕਾ ਹੈ। 100 ਤੋਂ 200 ਸੈਂਟੀਮੀਟਰ ਤੱਕ ਵਰਖਾ ਪ੍ਰਾਪਤ ਕਰਨ ਵਾਲੇ ਇਲਾਕਿਆਂ ਵਿੱਚ ਭਾਰਤ ਦਾ ਅੰਦਰੂਨੀ ਭਾਗ ਆਉਂਦਾ ਹੈ। ਇਸ ਭਾਗ ਵਿੱਚ ਮਾਨਸੂਨ ਪੌਣਾਂ ਦੁਆਰਾ ਵਰਖਾ ਕੀਤੀ ਜਾਂਦੀ ਹੈ ਅਤੇ ਇਹ ਪੌਣਾਂ ਜਿਵੇਂ-ਜਿਵੇਂ ਉੱਤਰੀ ਭਾਰਤ ਵੱਲ ਵਧਦੀਆਂ ਜਾਂਦੀਆਂ ਹਨ, ਉਸ ਤਰ੍ਹਾਂ ਨਾਲ ਵਰਖਾ ਦੀ ਮਾਤਰਾ ਵਿੱਚ ਕਮੀ ਆਉਂਦੀ ਜਾਂਦੀ ਹੈ। 50 ਤੋਂ 100 ਸੈਂਟੀਮੀਟਰ ਵਾਲਾ ਇਲਾਕਾ ਬੱਚੋ ਇਹਨਾਂ ਖੇਤਰਾਂ ਵਿੱਚ ਸਥਿਤ ਹੈ ਜਿੱਥੇ ਵਰਖਾ ਦੀ ਮਾਤਰਾ ਹੋਰ ਘਟ ਜਾਂਦੀ ਹੈ। ਇਸ ਦੇ ਵਿੱਚ ਪੰਜਾਬ ਦਾ ਇਲਾਕਾ, ਰਾਜਸਥਾਨ ਦਾ ਕੁਝ ਇਲਾਕਾ, ਗੁਜਰਾਤ ਦਾ, ਮੱਧ ਪ੍ਰਦੇਸ਼ ਦਾ ਆਦਿ ਰਾਜਾਂ ਦੇ ਖੇਤਰ ਆਉਂਦੇ ਹਨ। ਅਤੇ ਸਭ ਤੋਂ ਘੱਟ ਵਰਖਾ ਪ੍ਰਾਪਤ ਕਰਨ ਵਾਲੇ ਖੇਤਰ ਜਿੱਥੇ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ, ਉਸ ਵਿੱਚ ਰਾਜਸਥਾਨ, ਜੰਮੂ ਕਸ਼ਮੀਰ ਦਾ ਉੱਪਰਲਾ ਇਲਾਕਾ ਅਤੇ ਪੱਛਮੀ ਘਾਟ ਦਾ ਪੱਛਮੀ ਇਲਾਕਾ ਜੋ ਵਰਖਾ ਓਹਲਾ ਪਾਸਾ ਸੀ, ਉਹਨਾਂ ਇਲਾਕਿਆਂ ਵਿੱਚ ਵਰਖਾ ਘੱਟ ਹੁੰਦੀ ਹੈ। ਅਸੀਂ ਬੱਚਿਓ ਇਸ ਨਕਸ਼ੇ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਪ੍ਰੀਖਿਆ ਵਿੱਚ ਵਰਖਾ ਦੇ ਖੇਤਰ ਪੁੱਛੇ ਜਾਣ ਤੇ ਅਸੀਂ ਆਪਣੇ ਨਕਸ਼ੇ ਵਿੱਚ ਇਹ ਖੇਤਰ ਦਿਖਾਉਣੇ ਹਨ। ਹੁਣ ਅਸੀਂ ਆਪਣੇ ਇਸ ਕੀਤੇ ਹੋਏ ਕੰਮ ਦੀ ਦੁਹਰਾਈ ਕਰਦੇ ਹਾਂ। ਆਓ ਦੇਖਦੇ ਹਾਂ ਤੁਸੀਂ ਇਸ ਕੀਤੇ ਹੋਏ ਕੰਮ ਚੋਂ ਕੀ ਕੁਝ ਸਿੱਖਿਆ ਹੈ। ਪਹਿਲੇ ਪ੍ਰਸ਼ਨ ਵਿੱਚ ਦੇਖਦੇ ਹਾਂ, ਗਰਮੀ ਦੇ ਕਾਰਨ ਭਾਰਤ ਦੇ ਉੱਤਰ ਪੱਛਮੀ ਭਾਗਾਂ ਵਿੱਚ ਵਾਯੂ ਦਾਬ ਦੀ ਸਥਿਤੀ ਕੀ ਹੁੰਦੀ ਹੈ। ਬੱਚੋ ਪ੍ਰਸ਼ਨ ਦੇਖੋ, ਗਰਮੀ ਦੇ ਕਾਰਨ ਭਾਰਤ ਦੇ ਉੱਤਰ ਪੱਛਮੀ ਭਾਗਾਂ ਵਿੱਚ ਵਾਯੂ ਦਾਬ ਦੀ ਸਥਿਤੀ ਕੀ ਹੁੰਦੀ ਹੈ। ਵੱਧ ਵਾਯੂ ਦਾਬ ਹੁੰਦਾ ਹੈ। ਦੂਜੀ ਆਪਸ਼ਨ ਘੱਟ ਵਾਯੂ ਦਾਬ ਹੁੰਦਾ ਹੈ। ਤੀਸਰੀ ਆਪਸ਼ਨ ਵਾਯੂ ਦਾਬ ਇਕਸਾਰ ਰਹਿੰਦਾ ਹੈ ਜਾਂ ਇਸ ਵਿੱਚ ਕੋਈ ਬਦਲਾਵ ਨਹੀਂ ਹੁੰਦਾ ਹੈ। ਹਾਂਜੀ ਬੱਚੋ, ਇਹਦਾ ਉੱਤਰ ਘੱਟ ਵਾਯੂ ਦਾਬ ਹੁੰਦਾ ਹੈ।
ਗਰਮੀ ਦੇ ਕਾਰਨ ਉੱਤਰ ਪੱਛਮੀ ਭਾਗਾਂ ਵਿੱਚ ਤਾਪਮਾਨ ਬਹੁਤ ਵੱਧ ਜਾਂਦਾ ਹੈ, ਜਿਸ ਕਾਰਨ ਹਵਾ ਦਾ ਦਬਾਅ ਘਟ ਜਾਂਦਾ ਹੈ। ਆਓ ਅਗਲਾ ਪ੍ਰਸ਼ਨ ਦੇਖਦੇ ਹਾਂ। ਨਮੀ ਨਾਲ ਭਰੀਆਂ ਮਾਨਸੂਨ ਪੌਣਾਂ ਕੇਰਲ ਦੇ ਤੱਟ ਤੇ ਕਦੋਂ ਪਹੁੰਚਦੀਆਂ ਹਨ? ਹਾਂਜੀ, ਤੁਸੀਂ ਪੜ੍ਹਿਆ ਹੈ ਸਭ ਨੇ। ਆਓ, ਪਹਿਲੀ ਆਪਸ਼ਨ 1 ਜੂਨ ਨੂੰ, ਦੂਸਰੀ ਆਪਸ਼ਨ 1 ਜੁਲਾਈ ਨੂੰ, ਤੀਸਰੀ ਆਪਸ਼ਨ 15 ਜੁਲਾਈ ਨੂੰ, ਚੌਥੀ ਆਪਸ਼ਨ 15 ਅਗਸਤ ਨੂੰ। ਹਾਂਜੀ ਬੱਚੋ, ਇਸ ਦਾ ਸਹੀ ਉੱਤਰ ਹੈ 1 ਜੂਨ ਨੂੰ। ਅਗਲੇ ਪ੍ਰਸ਼ਨ ਤੇ ਚਲਦੇ ਹਾਂ। ਵਾਪਸ ਮੁੜਦੀਆਂ ਮਾਨਸੂਨ ਪੌਣਾਂ ਤੋਂ ਬਾਅਦ ਤਾਪਮਾਨ ਵਧਣ ਨਾਲ ਨਮੀ ਵੱਧ ਜਾਂਦੀ ਹੈ, ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ। ਪ੍ਰਸ਼ਨ ਧਿਆਨ ਨਾਲ ਦੇਖੋ। ਵਾਪਸ ਮੁੜਦੀਆਂ ਮਾਨਸੂਨ ਪੌਣਾਂ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਜਦੋਂ ਤਾਪਮਾਨ ਵੱਧਦਾ ਹੈ ਅਤੇ ਉਸ ਦੇ ਨਾਲ ਹਵਾ ਵਿੱਚ ਨਮੀ ਵੱਧ ਜਾਂਦੀ ਆ, ਉਸ ਨੂੰ ਅਸੀਂ ਡੈਸ਼ ਕਹਿੰਦੇ ਹਨ। ਕੀ ਕਹਿੰਦੇ ਹਨ ਦੱਸਣਾ ਹੈ। ਕਾਲ ਵਿਸਾਖੀ, ਚੱਕਰਵਾਤ, ਹੁਮਸ, ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ, ਇਸ ਦਾ ਉੱਤਰ ਹੈ ਹੁਮਸ। ਠੀਕ ਹੈ ਬੱਚੋ। ਅਗਲੇ ਪ੍ਰਸ਼ਨ ਤੇ ਆਉਂਦੇ ਹਾਂ। ਤਮਿਲਨਾਡੂ ਦੇ ਅੰਦਰੂਨੀ ਭਾਗਾਂ ਤੱਕ ਭਰਪੂਰ ਵਰਖਾ ਕਿਹੜੀਆਂ ਪੌਣਾਂ ਦੁਆਰਾ ਹੁੰਦੀ ਹੈ? ਅਸੀਂ ਹੁਣੇ ਹੀ ਪੜ੍ਹਿਆ ਹੈ। ਆਪਸ਼ਨਸ ਦੇਖਦੇ ਹਾਂ। ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ, ਦੱਖਣ ਪੱਛਮ ਮਾਨਸੂਨ ਪੌਣਾਂ ਰਾਹੀਂ, ਵਪਾਰਕ ਪੌਣਾਂ ਰਾਹੀਂ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ ਬੱਚੋ, ਤਮਿਲਨਾਡੂ ਦੇ ਅੰਦਰੂਨੀ ਭਾਗਾਂ ਤੱਕ ਭਰਪੂਰ ਵਰਖਾ ਕਿਹੜੀਆਂ ਪੌਣਾਂ ਦੁਆਰਾ ਹੁੰਦੀ ਹੈ? ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ ਇਹ ਵਰਖਾ ਹੁੰਦੀ ਹੈ। ਤੁਸੀਂ ਬੱਚਿਓ ਬਹੁਤ ਚੰਗੇ ਢੰਗ ਨਾਲ ਪਾਠ ਪੜ੍ਹਿਆ ਹੈ। ਇਸ ਨੂੰ ਯਾਦ ਵੀ ਰੱਖਣਾ ਹੈ। ਤੁਹਾਡੀ ਇਹ ਪੇਪਰਾਂ ਦੇ ਵਿੱਚ ਮਦਦ ਕਰੇਗਾ। ਧੰਨਵਾਦ ਬੱਚਿਓ।